ਤੁਹਾਡੇ ਕੋਲੇ 2-3 ਦ੍ਰਿਸ਼ਟਾਂਤ ਪੇਸ਼ ਕਰਦਾ, ਤੁਹਾਨੂੰ ਦੀਪ ਸਿੱਧੂ ਦਾ ਸਮਝ ਆਜੂ ਦੀਪ ਸਿੱਧੂ ਕੀ ਸੀ। ਕਹਿੰਦਾ ਇੱਕ ਕਿਸੇ ਪੰਜਾਬੀ ਦੇ ਫਿਲਮ ਪ੍ਰੋਡਿਊਸਰ ਨੇ ਨਾ ਮੈਨੂੰ ਫਿਲਮ ਦੀ ਇੱਕ ਪੇਸ਼ਕਸ਼ ਕੀਤੀ ਕਿ ਤੈਨੂੰ ਅਸੀਂ ਆਪਣੀ ਫਿਲਮ 'ਚ ਲੈਣਾ ਚਾਹੁੰਦੇ ਆ। ਉਹ ਕਹਾਣੀ ਪੰਜਾਬ ਦੇ ਕਿਸੇ ਸੂਰਮੇ ਦੀ ਕਹਾਣੀ ਸੀ ਤੇ ਜਿੱਥੇ ਸੂਰਮਾ ਹੋਊ ਉੱਥੇ ਖਲਨਾਇਕ ਵੀ ਹੋਊਗਾ। ਉਹਨਾਂ ਨੇ ਪਤਾ ਸਿੱਧੂ ਨੂੰ ਕਿਹੜੀ ਪੇਸ਼ਕਸ਼ ਕੀਤੀ ਵੀ ਤੂੰ ਖਲਨਾਇਕ ਦਾ ਰੋਲ ਨਿਭਾਉਣਾ ਹੈ। ਉਹ ਖਲਨਾਇਕ ਜਿਹੜਾ ਵੱਧ ਚੱਲਣ ਸੀ, ਜਿਹਨੂੰ ਨਾਇਕ ਕੁੱਟਦਾ ਹੈ ਤੇ ਗੋਲੀ ਮਾਰ ਦਿੰਦਾ ਹੈ। ਦੀਪ ਸਿੱਧੂ ਕਹਿੰਦਾ ਗੱਲ ਸੁਣ ਲਓ, ਮੈਂ ਫਿਲਮੀ ਪਰਦੇ ਤੇ ਵੀ ਚਪੇੜਾਂ ਨਹੀਂ ਖਾਣੀਆਂ, ਮੈਂ ਚਪੇੜਾਂ ਮਾਰਨੀਆਂ। ਸਿੱਧਾ ਪ੍ਰਿੰਸੀਪਲ ਨੂੰ ਜਾ ਕੇ ਮਿਲਿਆ, ਕਹਿੰਦਾ ਪ੍ਰਿੰਸੀਪਲ ਸਾਹਿਬ ਸਾਡਾ ਮੁੰਡਾ ਚੂਹਾ ਨਹੀਂ ਬਣੂ। ਆ ਪੰਜਾਬ ਦੀ ਅਣਖ ਬੋਲਦੀ ਸੀ ਤੇ ਹੁਣ ਅਸੀਂ ਚੂਹੇ ਬਣਦੇ ਵੀ ਦੇਖੇ, ਸਾਡੇ ਵਿੱਚੋਂ ਹੀ ਚੂਹੇ ਬਣਦੇ ਦੇਖੇ। ਕੱਲੇ ਚੂਹੇ ਨਹੀਂ, ਬਾਂਦਰ ਦੀ ਡੁਗ-ਡੁਗੀ ਤੇ ਨੱਚਦੇ, ਮਦਾਰੀ ਦੀ ਡੁਗ-ਡੁਗੀ ਤੇ ਨੱਚ ਰਹੇ ਬਾਂਦਰ ਵੀ ਦੇਖ ਰਹੇ। ਇੱਕ ਸਵਾਲ ਬੜਾ ਉੱਠ ਰਿਹਾ ਹੈ ਕਿ ਦੀਪ ਸਿੱਧੂ ਦੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਨਾਲ ਤੁਲਨਾ ਕਿਉਂ ਕੀਤੀ ਜਾ ਰਹੀ ਹੈ। ਸੰਤ ਜਰਨੈਲ ਸਿੰਘ ਨੇ ਕੀ ਕੀਤਾ? ਆਪਾਂ ਨੂੰ ਸਭ ਪਤਾ, ਬਹੁਤ ਕੁਛ ਕੀਤਾ। ਜੇ ਇੱਕੋ ਸੈਂਟੈਂਸ ਇੱਕੋ ਵਾਕ 'ਚ ਗੱਲ ਕਰਨੀ ਹੋਵੇ ਤਾਂ ਉਹਨਾਂ ਨੇ ਇਤਿਹਾਸ ਦੇ ਲੰਮੇ ਚਿਰ ਤੋਂ ਵਗਦੇ ਆ ਰਹੇ ਵਹਿਣ ਨੂੰ ਮੋੜਾ ਨਵਾਂ ਦੇਤਾ। ਦੀਪ ਸਿੱਧੂ ਦੀ ਵੱਡੀ ਗੱਲ ਇਹ ਹੈ ਕਿ ਸੰਤਾਂ ਨੇ ਇਤਿਹਾਸ ਦਾ ਮਹਾਨ ਬਦਲਿਆ ਸੀ ਤੇ ਦੀਪ ਸਿੱਧੂ ਨੇ ਉਸ ਵਹਿਣ ਦੇ ਵਿੱਚ ਆ ਚੁੱਕੀ ਖੜੋਤ ਤੋੜ ਕੇ ਉਹ ਫੇਰ ਵਹਿਣ ਨੂੰ ਵਗਣਾ ਲਾਇਆ। ਸ਼ਹੀਦਾਂ ਦੀ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਅਤੇ ਸਾਡੇ ਬਹੁਤ ਹੀ ਪਿਆਰੇ ਦੀਪ ਸਿੰਘ ਸਿੱਧੂ ਦੀ ਯਾਦ ਵਿੱਚ ਜੁੜੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਦੀਪ ਸਿੱਧੂ ਬਾਰੇ ਗੱਲਾਂ ਬਹੁਤ ਕੀਤੀਆਂ ਜਾ ਸਕਦੀਆਂ, ਪਰ ਸਮਾਂ ਪਹਿਲਾਂ ਹੀ ਜਿਸ ਤਰ੍ਹਾਂ ਵਿਉਂਤਿਆ ਗਿਆ ਸੀ ਬਹੁਤ ਜ਼ਿਆਦਾ ਹੋ ਗਿਆ। ਸੋ ਬਣਦਾ ਤਾਂ ਇਹ ਸੀ ਕਿ ਮੈਂ ਫਤਿਹ ਬੁਲਾ ਕੇ ਬੈਠ ਜਾਵਾਂ ਤੇ ਵੇਲੇ ਸਿਰ ਅਰਦਾਸ ਕੀਤੀ ਜਾਵੇ, ਪਰ ਹੁਕਮ ਹੋਇਆ ਕਿ ਭਾਵੇਂ 2 ਮਿੰਟ ਭਾਵੇਂ 4 ਮਿੰਟ ਕੁਝ ਗੱਲਾਂ ਜ਼ਰੂਰ ਕੀਤੀਆਂ ਜਾਣ। ਆਉਣ ਵਾਲੇ ਸਮੇਂ 'ਚ ਪੰਜਾਬ 'ਚ ਜਗ੍ਹਾ ਜਗ੍ਹਾ ਦੀਪ ਸਿੱਧੂ ਦੀ ਯਾਦ 'ਚ ਪ੍ਰੋਗਰਾਮ ਉਲੀਕੇ ਜਾ ਰਹੇ। ਇੱਕ ਬਹੁਤ ਹੀ ਵੱਡਾ ਪ੍ਰੋਗਰਾਮ ਮੈਨੂੰ ਪਤਾ ਲੱਗਿਆ ਕਿ ਸ਼੍ਰੀ ਮਸਤੂਆਣਾ ਸਾਹਿਬ ਵਿਖੇ ਮਾਰਚ ਵਿੱਚ ਕਰਨ ਦੀ ਯੋਜਨਾ ਬਣ ਰਹੀ ਹੈ, ਹੋਰ ਵੀ ਹੋਣਗੇ। ਸੋ ਆਪਾਂ ਕਰਾਂਗੇ ਵਿਚਾਰਾਂ। ਇਹ ਇੱਕ ਸਮਾਗਮ 'ਚ ਵਿਚਾਰਾਂ ਖਤਮ ਨਹੀਂ ਹੋਣੀਆਂ ਤੇ ਸ਼ਾਇਦ ਇੱਕ ਉਮਰ 'ਚ ਵੀ ਖਤਮ ਨਹੀਂ ਹੋਣੀਆਂ। ਸੋ ਹੁਣ ਮੈਂ ਇੱਥੇ 2 ਮੁੱਦੇ ਜਿਹੜੇ ਸਾਡੇ ਸਾਹਮਣੇ ਗੰਭੀਰ ਸਵਾਲ ਖੜੇ ਕਰਦੇ ਆ ਜਾਂ ਕੁਝ ਬਣੇ ਹੋਏ ਨੇ। ਇੱਕ ਸਵਾਲ ਬੜਾ ਉੱਠ ਰਿਹਾ ਹੈ ਕਿ ਦੀਪ ਸਿੱਧੂ ਦੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਨਾਲ ਤੁਲਨਾ ਕਿਉਂ ਕੀਤੀ ਜਾ ਰਹੀ ਹੈ। ਜਿੱਥੋਂ ਤੱਕ ਤਾਂ ਤੁਲਨਾ ਦੀ ਗੱਲ ਹੈ, ਉਹ ਦੀਪ ਸਿੱਧੂ ਆਪ ਹੀ ਸਾਫ਼ ਕਰ ਗਿਆ ਸੀ ਕਿ ਮੈਂ ਸੰਤਾਂ ਦੇ ਪੈਰ ਦੀ ਜੁੱਤੀ ਵਰਗਾ ਵੀ ਨਹੀਂ। ਸੰਤ ਕੀ ਸੀ ਤੇ ਮੈਂ ਕੀ ਹਾਂ, ਉਹਨਾਂ ਨੇ ਕੋਈ ਭੁਲੇਖਾ ਨਹੀਂ ਛੱਡਿਆ। ਪਰ ਫਿਰ ਵੀ ਸ਼ਰਧਾ, ਕਈ ਵਾਰ ਇਕੱਠਿਆਂ ਦੀਆਂ ਇਹੋ ਜਿਹੀਆਂ ਫੋਟੋਆਂ ਪਾ ਦਿੱਤੀਆਂ ਜਾਂਦੀਆਂ ਤੇ ਦੀਪ ਸਿੱਧੂ ਇੱਕ ਗੱਲ ਬਾਰ-ਬਾਰ ਕਹਿੰਦਾ ਹੁੰਦਾ ਸੀ, ਅੰਗਰੇਜ਼ੀ 'ਚ ਕਹਿੰਦਾ ਹੁੰਦਾ ਸੀ ਕਿ ਜਿਹੜੀ ਸੈਂਸ ਆਫ ਪ੍ਰਮੋਸ਼ਨ ਹੈ, ਸੈਂਸ ਆਫ ਪ੍ਰਪੋਰਸ਼ਨ,
ਕਿਹੜੀ ਚੀਜ਼ ਨੂੰ ਕਿਹੜੀ ਜਗ੍ਹਾ ਦੇਣੀ ਹੈ, ਕਿਹੜੇ ਵਿਅਕਤੀ ਨੂੰ ਕਿਹੜੀ ਜਗ੍ਹਾ ਦੇਣੀ ਹੈ ਤੇ ਕਿਹੜੇ ਵਿਅਕਤੀ ਨੂੰ ਕਿਹੜੀ, ਇਹਦੀ ਸਾਨੂੰ ਸੋਝੀ ਹੋਣੀ ਚਾਹੀਦੀ ਹੈ। ਇੱਥੇ ਮੈਂ ਇੱਕੋ ਹੀ ਨੁਕਤਾ ਸਪਸ਼ਟ ਕਰਦਾ, ਸੰਤ ਜਰਨੈਲ ਸਿੰਘ ਨੇ ਕੀ ਕੀਤਾ ਆਪਾਂ ਨੂੰ ਸਭ ਪਤਾ, ਬਹੁਤ ਕੁਛ ਕੀਤਾ। ਜੇ ਇੱਕੋ ਸੈਂਟੈਂਸ 'ਚ ਇੱਕੋ ਵਾਕ 'ਚ ਗੱਲ ਕਰਨੀ ਹੋਵੇ ਤਾਂ ਉਹਨਾਂ ਨੇ ਇਤਿਹਾਸ ਦੇ ਲੰਮੇ ਚਿਰ ਤੋਂ ਵਗਦੇ ਆ ਰਹੇ ਵਹਿਣ ਨੂੰ ਮੋੜਾ ਨਵਾਂ ਦੇਤਾ, ਉਹਦਾ ਮੁਹਾਨ ਹੀ ਮੋੜਤਾ, ਜਿਹੜਾ ਇੰਨੇ ਲੰਮੇ ਸਮੇਂ ਤੋਂ ਇਤਿਹਾਸ ਦਾ ਵਹਿਣ ਵਗਦਾ ਆ ਰਿਹਾ ਸੀ। ਇਤਿਹਾਸਾਂ ਦੇ ਵਹਿਣ ਬਦਲਣ ਵਾਸਤੇ ਬਹੁਤ ਵੱਡੀ ਤਾਕਤ ਸ਼ਕਤੀ ਦੀ ਲੋੜ ਹੈ। ਇਹ ਮਾਣ ਹਰ ਇੱਕ ਵਿਅਕਤੀ ਦੇ ਹਿੱਸੇ ਨਹੀਂ ਆਉਂਦਾ। ਅਜਿਹਾ ਆਤਮਿਕ ਬਲ ਤਾਂ ਹੀ ਆ ਸਕਦਾ ਹੈ ਜੇ ਉਹਦੇ ਪਿੱਛੇ ਵੱਡੀ ਤਪੱਸਿਆ ਖੜੀ ਹੋਵੇ। ਤੋ ਸੰਤਾਂ ਕੋਲ ਦੇ ਪਿੱਛੇ ਉਹ ਤਪੱਸਿਆ ਸੀ। ਸਾਨੂੰ ਇੱਕੋ ਜਨਮ ਦੀ ਤਪੱਸਿਆ ਕਈ ਵਾਰ ਦਿਸਦੀ ਹੈ, ਇਹ ਤਪੱਸਿਆ ਇੱਕ ਜਨਮ ਦੀ ਨਹੀਂ ਹੁੰਦੀ, ਇਹ ਕਈ ਜਨਮਾਂ ਦੀ ਹੁੰਦੀ ਹੈ, ਪ੍ਰਗਟ ਇੱਕ ਜਨਮ 'ਚ ਜਾ ਕੇ ਹੁੰਦੀ ਹੈ। ਸੋ ਸੰਤਾਂ ਦੀ ਵਡੱਤਣ ਇਹ ਸੀ। ਉਸ ਤੋਂ ਬਾਅਦ ਸੰਤ ਸ਼ਹੀਦ ਹੋਏ ਪੰਜਾਬ ਦੀ ਧਰਤੀ ਤੇ। ਸਭ ਨੂੰ ਪਤਾ ਹੈ ਕਿ 18ਵੀਂ ਸਦੀ ਤੋਂ ਬਾਅਦ ਸਿੱਖਾਂ ਨੇ ਆਪਦਾ ਪੂਰਾ ਜਲਾਅ ਇੱਕ ਸੰਘਰਸ਼ ਦੇ ਰੂਪ 'ਚ ਦਿਖਾਇਆ। ਉਵੇਂ ਸ਼ਹਾਦਤਾਂ ਉਹਨਾਂ ਜੁਝਾਰੂਆਂ ਨੇ ਆਪਣੀਆਂ ਸ਼ਹਾਦਤਾਂ 'ਚੋਂ, ਆਪਣੇ ਕਾਰਨਾਮਿਆਂ 'ਚੋਂ 18ਵੀਂ ਸਦੀ ਦੇ ਸੂਰਮਿਆਂ ਦੀਆਂ ਰੂਹਾਂ ਦੇ ਸਾਨੂੰ ਦਰਸ਼ਨ ਕਰਵਾਤੇ। ਇਹ ਪਹਿਲੀ ਵਾਰ ਹੋਇਆ 18ਵੀਂ ਸਦੀ ਤੋਂ ਬਾਅਦ। ਤੇ ਦੁਸ਼ਮਣ ਨੇ ਵੀ ਉਹੀ ਜ਼ਬਰ ਜੋ 18ਵੀਂ ਸਦੀ 'ਚ ਹੋਇਆ ਸੀ ਉਹ ਮੁੜ ਕੇ ਦੁਹਰਾਤਾ ਕਿ ਤਾਂ ਕਿ ਆਉਣ ਵਾਲੀਆਂ ਨਸਲਾਂ ਸਿੱਖਾਂ ਦੀਆਂ ਭੁੱਲ ਨਾ ਸਕਣ। ਸੋ ਇਹ ਸਭ ਕੁਝ ਅਸੀਂ ਦੇਖ ਚੁੱਕੇ ਹਾਂ। ਪਰ ਇੱਕ ਦਹਾਕਾ ਖਾੜਕੂ ਲਹਿਰ ਚੱਲੀ, ਉਸ ਤੋਂ ਬਾਅਦ ਇੱਕ ਖੜੋਤ ਆ ਗਈ। ਜਦੋਂ ਖੜੋਤ ਆਉਂਦੀ ਹੈ ਉਹਦੇ ਨਾਲ ਨਿਘਾਰ ਵੀ ਆਉਂਦਾ ਹੈ। ਕਿਰਦਾਰ ਡਿੱਗਦੇ ਨੇ, ਇਖਲਾਕ ਡਿੱਗਦੇ ਨੇ, ਈਮਾਨ ਡਿੱਗਦੇ ਨੇ। ਉਸ ਤੋਂ ਬਾਅਦ ਸਿਆਸਤ ਦੇ ਵਿੱਚ ਜਿਸ ਕਿਸਮ ਦੀਆਂ ਗੱਲਾਂ ਹੋਈਆਂ ਉਹ ਬੜੀਆਂ ਸ਼ਰਮਸ਼ਾਰ ਕਰਨ ਵਾਲੀਆਂ ਸੀ ਕੌਮ ਨੂੰ। ਬਹੁਤ ਲੋਕ ਲੱਗੇ ਪਏ ਸੀ ਸਾਡੇ ਵਰਗੇ, ਕੋਈ ਕਿਤਾਬਾਂ ਰਾਹੀਂ, ਕੋਈ ਸਪੀਚਾਂ ਰਾਹੀਂ, ਕੋਈ ਅਮਲੀ ਕਾਰਨਾਮਿਆਂ ਰਾਹੀਂ ਕਿ ਇਹ ਖੜੋਤ ਟੁੱਟ ਸਕੇ। ਹਰ ਇੱਕ ਨੇ ਪੂਰੀ ਤਨਦੇਹੀ ਨਾਲ, ਇਮਾਨਦਾਰੀ ਨਾਲ ਪੂਰਾ ਢਿੱਲ ਲਾਇਆ, ਪਰ ਉਹ ਖੜੋਤ ਟੁੱਟ ਨਹੀਂ ਸੀ ਰਹੀ। ਦੀਪ ਸਿੱਧੂ ਦੀ ਵੱਡੀ ਗੱਲ ਇਹ ਹੈ ਕਿ ਸੰਤਾਂ ਨੇ ਇਤਿਹਾਸ ਦਾ ਮਹਾਨ ਬਦਲਿਆ ਸੀ ਤੇ ਦੀਪ ਸਿੱਧੂ ਨੇ ਉਸ ਵਹਿਣ ਦੇ ਵਿੱਚ ਆ ਚੁੱਕੀ ਖੜੋਤ ਤੋੜ ਕੇ ਉਹ ਫੇਰ ਬਹਿਣ ਨੂੰ ਵਗਣਾ ਲਾਇਆ। ਇਹ ਸੀ ਦੀਪ ਸਿੱਧੂ। ਦੋਹਾਂ 'ਚ ਕੋਈ ਬਰਾਬਰੀ ਨਹੀਂ, ਕੋਈ ਤੁਲਨਾ ਨਹੀਂ, ਪਰ ਦੋਹਾਂ ਦੇ ਵਿੱਚ ਇੱਕ ਪੱਖੋਂ ਫਰਕ ਵੀ ਕੋਈ ਨਹੀਂ। ਇੱਕ ਨੇ ਇੱਕ ਹੋਰ ਰੋਲ ਨਿਭਾਇਆ, ਦੂਜੇ ਨੇ ਉੱਥੋਂ ਹੀ ਪ੍ਰੇਰਨਾ ਲੈ ਕੇ ਇੱਕ ਹੋਰ ਰੋਲ ਨਿਭਾਇਆ। ਇਸ ਤਰ੍ਹਾਂ ਦੇ ਵਿਵਾਦ ਵਿੱਚ ਆਪਾਂ ਨਾ ਪਈਏ, ਇਹ ਗੱਲ ਦੀਪ ਸਿੱਧੂ ਸਪਸ਼ਟ ਕਰ ਗਿਆ। ਹੁਣ ਇੱਕ ਸਵਾਲ ਹੈ ਜਿਹੜਾ ਇੱਥੇ ਮੈਂ ਨਹੀਂ ਜਵਾਬ ਦੇਵਾਂਗਾ ਉਹਦਾ, ਕਿਉਂਕਿ ਇਹਦੇ ਵਾਸਤੇ ਸਮਾਂ ਚਾਹੀਦਾ ਹੈ। ਇੰਨੇ ਅਸੀਂ ਲੱਗੇ ਪਏ ਸੀ, ਹੋਰ ਕਿੰਨੇ ਲੱਗੇ ਪਏ ਸੀ, ਸਾਥੋਂ ਖੜੋਤ ਕਿਉਂ ਨਹੀਂ ਸੀ ਟੁੱਟ ਸਕੀ ਤੇ ਦੀਪ ਨੇ ਕਿਉਂ ਤੋੜਤੀ? ਬਹੁਤ ਵੱਡਾ ਸਵਾਲ ਹੈ ਤੇ ਸਾਡੇ ਕੋਲੇ ਉਹਦਾ ਕੋਈ ਜਵਾਬ ਵੀ ਹੋਣਾ ਚਾਹੀਦਾ। ਉਹ ਜਵਾਬ ਹੈ। ਬਹੁਤ ਸਮਾਗਮ ਆਉਣਗੇ, ਖੁੱਲ੍ਹ ਕੇ ਆਪਾਂ ਉਹਦਾ ਬਿਆਨ ਕਰਾਂਗੇ। ਇੱਥੇ ਮੈਂ ਬਹੁਤ ਹੀ ਸਰਲ ਜੀ ਭਾਸ਼ਾ 'ਚ ਤੁਹਾਡੇ ਕੋਲੇ 2-3 ਦ੍ਰਿਸ਼ਟਾਂਤ ਪੇਸ਼ ਕਰਦਾ, ਤੁਹਾਨੂੰ ਦੀਪ ਸਿੱਧੂ ਦਾ ਸਮਝ ਆ ਜੂ ਦੀਪ ਸਿੱਧੂ ਕੀ ਸੀ। ਦੀਪ ਸਿੱਧੂ ਨੇ ਇੱਕ ਵਾਰ ਦੱਸਿਆ ਮੈਨੂੰ, ਗੱਲਾਂ ਤਾਂ ਹਾਸੇ 'ਚ ਹੀ ਹੋ ਰਹੀਆਂ ਸੀ। ਕਹਿੰਦਾ ਇੱਕ ਕਿਸੇ ਪੰਜਾਬੀ ਦੇ ਫਿਲਮ ਪ੍ਰੋਡਿਊਸਰ ਨੇ ਨਾ ਮੈਨੂੰ ਫਿਲਮ ਦੀ ਇੱਕ ਪੇਸ਼ਕਸ਼ ਕੀਤੀ ਕਿ ਤੈਨੂੰ ਅਸੀਂ ਆਪਦੀ ਫਿਲਮ 'ਚ ਲੈਣਾ ਚਾਹੁੰਦੇ ਹਾਂ ਤੇ ਸਾਡੇ ਕੋਲੇ ਆ। ਉਹ ਗਿਆ, ਪੁੱਛਿਆ ਕਿਹੜੀ ਫਿਲਮ ਬਣਾ ਰਹੇ ਹੋ, ਕੀ ਕਹਾਣੀ ਹੈ ਤੇ ਮੇਰਾ ਰੋਲ ਕੀ ਹੈ।
वो कहानी पंजाब के किसी सूरमे की कहानी सी, ते जिथे सूरमा हो उत्थे खलनायक भी होगा। उन्होंने पता सिद्धू नूं किहड़ी पेशकश की भी तू खलनायक का रोल निभाउणा है। वो खलनायक जिहड़ा बद चलन सी, जिन्हों नायक कुटदा है ते गोली मार दिंदा है। दीप सिद्धू कहंदा गल सुन लो, मैं फिल्मी पर्दे ते भी चपेड़ा नहीं खानियां, मैं चपेड़ा मारनियां। ये छोटी गल नहीं, ये छोटी नहीं सी भी मैं हुण आ कहा मैं आ कहा, उचेच नाल नहीं गल्लां हुंदियां, अंदरों बोलदियां। सो पंजाब दी अणख की है उहदी मैं तुहानूं एक होर गल सुणाउणा, तुसीं हੱਸ भी सकदे हो ते उहदे डूंघे अर्थ भी समझ सकदे हो। YPS मोहाली दे विच एक बार सभ्याचारक प्रोग्राम होया बच्चों का। सो उत्थे सारे बच्चों नूं उन्हां ने हिस्सा दिवाउणा हुंदा है, ते एक नाटक जिहा सी कि जंगल दे विच कोई पीपणी वाजे जिहड़े साडे हुंदे ने, जिन्हों अंग्रेजी च वैन पैर कहने आ, कोई बंदा पीपणी वाजा बजाउंदा है ते सारे जानवर आपदे आपदे टिकाणिਆਂ चों निकल के उहदे पिछे तुरन लग जाते हैं। उहदे च शेर तो लैके चूहे तक सारे जानवर सी। सो स्कूल वालियां ने सब नूं रोल देता, शेर तो लैके चूहे तक। ते जिन्हों चूहे का रोल दिता वो नैचुरली छोटा बच्चा सी, कमजोर जा बच्चा सी, पर वो बच्चा किसी मुक्तसरीए सरदार का सी। उन्हें घरे जाके जो दस्या, उन्हें तो बड़ा उत्तेजना के विच दस्या कि मैं नाटक दे विच रोल कर रहा ते मैं चूहा बन रहा। उन्हें तो खुश हो के दस्या, पर जदों उहदे बाप ने सुनिया तो वो गंभीर हो गया। अगले दिन जो अपने बच्चे नूं स्कूल च छड्डण गया, सीधा प्रिंसीपल नूं जाके मिलिया। कहंदा प्रिंसीपल साहब साडा मुंडा चूहा नहीं बनू। आ पंजाब की अणख बोलती सी, असी चूहे नहीं बनना, वो सानू चूहे बनाउणा चाहुंदे। आ सी पंजाब की अणख। ते हुण असी चूहे बनते भी देखे, साडे विचों चूहे बनते देखे। कल्ले चूहे नहीं, बांदर की डुग-डुगी ते नचदे, मदारी की डुग-डुगी ते नच रहे, बांदर भी देख रहे। सो असी बस आही गल है। दीप कहंदा सी असी चूहे नहीं बनना। मैं शहीद जसवंत सिंह खालड़ा ते किताब लिख रहा सी, मैनू किसी ने बड़ा सियाणे बंदे ने कहा कि एक गल का ख्याल रखियो, दी जसवंत सिंह खालड़ा नूं सारे संसार च बड़ी मानता मिली है। वो मानता उन्होंने मिली है मनुखी अधिकारां दे राखे वजों। उहदा किते भी खाड़कू लहर नाल संबंध ना दर्शायो, फिर उन्होंने वो मानता नहीं मिलनी। हुण तां उहनूं बड़े उहदे नां ते पार्क बन रहे हैं, असैंबलियां च उहदी चर्चा हो रही है, कौंसलां च चर्चा हो रही है। उन्हें तो बड़ी नेक भावना चो कहा, मैं उन्होंने कहा असी आपदे किसी शहीद नूं वध मानता लैण वास्ते अपने बब्बर शेर नूं खरगोश नहीं बनाउणा। आ है पंजाब दी, आ है अणख दी गल, कौमी अणख दी गल। सो दीप जदों बोलदा सी उहदे च पंजाब दी ते सिख कौम दी अणख बोलदी सी। ते जदों ही उहने शंभू मोर्चे ते आके बोलना शुरू किया, एकदम हिलजुल होई पंजाब च, तुर सारे देशां विदेशां च। ते जदों 26 नवंबर नूं उत्थे बैरीकेड भंदे काफले गए, वो बहुत लोगों नूं भुलेखा है कि असीं कीता उहने कीता, वो किसे दे नहीं। उहदे चों दीप दी जिहड़ी कमाई है वो बोल रही सी। दीप ने कौम दे विच भरती सी रूह, किते वो चेच नहीं, किते कोई दावा नहीं, किते कोई मान नहीं, बस वो बोली जा रहा है।
ਸੋ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਕੀਤੀਆਂ ਜਾ ਸਕਦੀਆਂ ਨੇ, ਕਰਾਂਗੇ ਆਪਾਂ, ਪਰ ਹੁਣ ਆਪਾਂ ਸਮੇਂ ਦੀ ਇੱਕ ਨਜ਼ਾਕਤ ਹੈ, ਮਰਿਆਦਾ ਵੀ ਹੈ। ਬਸ ਮੈਂ ਆਪਣੀ ਗੱਲ ਇੱਥੇ ਹੀ ਖਤਮ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।